ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਇਹ ਕਲਾਸ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਅਧਿਆਇ 6 ਗਣਿਤ ਦਾ ਸਾਡੇ ਕੋਲ ਹੈ ਤ੍ਰਿਭੁਜ ਅਤੇ ਉਸ ਦੇ ਗੁਣ, ਟ੍ਰਾਇੰਗਲ ਐਂਡ ਇਟਸ ਪ੍ਰੋਪਰਟੀਜ਼। ਪਿਛਲੇ ਲੈਕਚਰ ਦੇ ਵਿੱਚ ਅਸੀਂ ਤ੍ਰਿਭੁਜ ਦੇ ਬਾਹਰੀ ਕੋਣ ਦੇ ਉੱਤੇ ਚਰਚਾ ਕੀਤੀ ਸੀ। ਤ੍ਰਿਭੁਜ ਦੇ ਬਾਹਰੀ ਕੋਣ ਦਾ ਗੁਣ ਜਿਹੜਾ ਉਹਦੇ ਤੇ ਚਰਚਾ ਕੀਤੀ ਸੀ। ਅੱਜ ਉਸੇ ਟੌਪਿਕ ਤੇ ਬੇਸਡ, ਉਸੇ ਤੇ ਆਧਾਰਿਤ ਅਭਿਆਸ 6.2 ਦੇ ਸਵਾਲ ਅਤੇ ਉਦਾਹਰਨਾਂ ਜਿਹੜੀਆਂ ਅਸੀਂ ਅੱਜ ਦੇ ਇਸ ਲੈਸਨ ਦੇ ਵਿੱਚ ਕਰਾਂਗੇ। ਠੀਕ ਹੈ, तो विद्यार्थियों मैनू पूरी उम्मीद है कि नोटबुक ते पेन वगैरह तुसीं जरूर अपने नाल ले लए होणगे ताकि हर एक चीज़ नूं, हर एक दसे जांदे नुकते नूं, फॉर्मूले नूं तुसीं नोट कर सको। ठीक है, सो आओ शुरू करते हैं अज दा लैसन करांगे। ठीक है, तो आओ देखते हैं सब तो पहला सवाल अभ्यास 6.2 ਦਾ। ਹੇਠ ਲਿਖੇ ਚਿੱਤਰਾਂ ਵਿੱਚੋਂ ਅਗਿਆਤ ਬਾਹਰਲੇ ਕੋਣ x ਦਾ ਮੁੱਲ ਪਤਾ ਕਰੋ। ਠੀਕ ਹੈ, ਇਹਦੇ ਵਿੱਚ ਸਭ ਤੋਂ ਪਹਿਲਾ ਚਿੱਤਰ ਜਿਹੜਾ ਸਾਡੇ ਕੋਲ ਹੈ ਉਹ ਹੈ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਇਹਦੇ ਵਿੱਚ ਸਾਨੂੰ ਦੋ ਅੰਦਰਲੇ ਕੋਣ ਜਿਹੜੇ ਤ੍ਰਿਭੁਜ ਦੇ ਦਿੱਤੇ ਹੋਏ ਨੇ, ਇੱਕ ਸਾਨੂੰ ਬਾਹਰੀ ਕੋਣ ਦਿੱਤਾ ਹੋਇਆ ਹੈ। ਠੀਕ ਹੈ, ਤਾਂ ਅਸੀਂ ਪਹਿਲਾਂ ਲਿਖ ਲੈਂਦੇ ਹਾਂ ਇਹਦੇ ਵਿੱਚ ਹੱਲ। ਹਾਂਜੀ, ਬਾਹਰਲਾ ਕੋਣ, ਬਾਹਰਲੇ ਕੋਣ ਦਾ ਮਾਪ ਸਾਡੇ ਕੋਲ ਕੀ ਹੈ? ਬਾਹਰਲਾ ਕੋਣ ਬਰਾਬਰ x। ਠੀਕ ਹੈ, ਤੇ ਅੰਦਰਲੇ ਦੋਨੋਂ ਕੋਣਾਂ ਦੇ ਮਾਪ ਅੰਦਰਲੇ ਦੋਨੋਂ ਕੋਣਾਂ ਦੇ ਮਾਪ ਇਹ ਸਾਡੇ ਕੋਲ ਹੈਗੇ ਨੇ, ਇੱਕ 50 ਡਿਗਰੀ ਹੈ ਅਤੇ ਦੂਜਾ 70 ਡਿਗਰੀ। ਠੀਕ ਹੈ, तो ਹੁਣ ਸਾਡੇ ਕੋਲ ਬਾਹਰੀ ਕੋਣ ਵਾਲਾ ਜਿਹੜਾ ਗੁਣ ਹੁੰਦਾ, ਗੁਣ ਸਾਡੇ ਕੋਲ ਹੁੰਦਾ ਹੈ ਕਿ ਤ੍ਰਿਭੁਜ ਦਾ ਬਾਹਰੀ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜ। ਅੰਦਰਲੇ ਸਨਮੁਖ ਕੋਣਾਂ ਦਾ ਜੋੜ। ਠੀਕ ਹੈ, तो ਪਿਆਰੇ ਬੱਚਿਓ, ਬਾਹਰਲਾ ਕੋਣ ਸਾਡੇ ਕੋਲ ਇਹਦੇ ਵਿੱਚ ਹੈ x ਤੇ ਅੰਦਰਲਾ ਜਿਹੜਾ ਕੋਣ ਹੈ ਸਾਡੇ ਕੋਲ, ਅੰਦਰਲੇ ਜਿਹੜੇ ਦੋਨੋਂ ਕੋਣ ਨੇ ਉਹਨਾਂ ਦਾ ਜੋੜ ਸਾਡੇ ਕੋਲ ਹੋ ਜਾਏਗਾ 50 ਡਿਗਰੀ ਜਮਾ 70 ਡਿਗਰੀ। ਠੀਕ ਹੈ, तो 50 ਤੇ 70 ਦਾ ਜੋੜ ਸਾਡੇ ਕੋਲ ਇਹ ਬਣੇਗਾ 120 ਡਿਗਰੀ। ਠੀਕ ਹੈ, ਬਾਹਰੀ ਕੋਣ ਦਾ ਜਿਹੜਾ ਗੁਣ ਹੈ ਉਹਦੀ ਵਰਤੋਂ ਕਰਕੇ ਅਸੀਂ ਇਸ ਤਰ੍ਹਾਂ ਬਾਹਰੀ ਕੋਣ ਦਾ ਮੁੱਲ ਜਿਹੜਾ ਉਹ ਪਤਾ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਹੋਰ ਵੀ ਸਵਾਲ ਅਸੀਂ ਅੱਜ ਦੇ ਇਸ ਲੈਸਨ ਵਿੱਚ ਕਰਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ ਇਸ ਤੋਂ ਬਾਅਦ ਅਗਲਾ ਸਵਾਲ। ਸੋ ਅਗਲੇ ਸਵਾਲ ਦੇ ਵਿੱਚ ਅਗਲੀ ਆਕ੍ਰਿਤੀ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਵੀ ਸਾਡੇ ਕੋਲ ਜਿਹੜਾ ਬਾਹਰਲਾ ਕੋਣ ਹੈ ਉਹਦਾ ਮਾਪ ਸਾਨੂੰ x ਦਿੱਤਾ ਹੋਇਆ, ਜਿਹਦੀ ਅਸੀਂ ਕੀਮਤ ਪਤਾ ਕਰਨੀ ਹੈ। ਸੋ ਬੱਚਿਓ, ਤੁਸੀਂ ਵੀ ਮੇਰੇ ਨਾਲ ਇਹ ਸਵਾਲ ਜਿਹੜੇ ਹੱਲ ਕਰਨੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਬਾਹਰੀ ਕੋਣ ਦਾ ਮਾਪ ਇਹ ਸਾਡੇ ਕੋਲ x ਹੈ ਤੇ ਅੰਦਰਲੇ ਦੋਨੋਂ ਕੋਣਾਂ ਦਾ ਮਾਪ पैंठ डिग्री ਅਤੇ 45 ਡਿਗਰੀ। ਠੀਕ ਹੈ, ਔਰ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਬਾਹਰੀ ਕੋਣ ਹੈ। ਇਹ ਦੋਨੋਂ ਕੋਣ ਜਿਹੜੇ ਅੰਦਰਲੇ ਸਾਨੂੰ ਦਿੱਤੇ ਗਏ ਨੇ, ਇਹ ਤ੍ਰਿਭੁਜ ਦੇ ਇਸ ਬਾਹਰੀ ਕੋਣ ਦੇ ਅਨੁਸਾਰ ਅੰਦਰਲੇ ਸਨਮੁਖ ਕੋਣ ਨੇ। ਠੀਕ ਹੈ, ਤਾਂ ਹੁਣ ਸਾਡੇ ਕੋਲ ਜਿਹੜਾ ਸੂਤਰ ਹੈ ਉਹ ਅਸੀਂ ਲਿਖਾਂਗੇ। ਸੂਤਰ ਸਾਡੇ ਕੋਲ ਹੁੰਦਾ ਹੈ ਬਾਹਰੀ ਕੋਣ ਦਾ ਮਾਪ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜ। ਬਾਹਰੀ ਕੋਣ ਦਾ ਮਾਪ ਬਰਾਬਰ ਅੰਦਰਲੇ ਦੋਨੋਂ ਸਨਮੁਖ ਕੋਣਾਂ ਦਾ ਜੋੜ। ਸਨਮੁਖ ਕੋਣਾਂ ਦਾ ਜੋੜ। ਠੀਕ ਹੈ, तो ਬਾਹਰੀ ਕੋਣ ਸਾਡੇ ਕੋਲ ਹੈ x ਦੇ ਬਰਾਬਰ ਤੇ ਬਰਾਬਰ ਸਾਡੇ ਕੋਲ ਅੰਦਰਲੇ ਦੋਨੋਂ ਸਨਮੁਖ ਕੋਣ, ਇੱਕ 65 ਡਿਗਰੀ ਹੈ 65 ਡਿਗਰੀ ਤੇ ਦੂਸਰਾ ਸਾਡੇ ਕੋਲ 45 ਡਿਗਰੀ ਹੈ। ਠੀਕ ਹੈ, तो 65 ਤੇ 45 ਜਿਹੜਾ ਦੋਨੋਂ ਜੁੜ ਕੇ ਸਾਡੇ ਕੋਲ 110 ਡਿਗਰੀ ਬਣ ਜਾਂਦੇ ਨੇ। ਠੀਕ ਹੈ, तो ਇਸ ਢੰਗ ਦੇ ਨਾਲ ਸਾਡੇ ਕੋਲ ਇਸ ਸਵਾਲ ਦੇ ਵਿੱਚ ਜਿਹੜਾ ਕਿ ਦੂਜਾ ਸਵਾਲ ਹੈ ਸਾਡੇ ਕੋਲ, ਪਹਿਲੇ ਸਵਾਲ ਦਾ ਦੂਸਰਾ ਪਾਰਟ ਹੈ
तो ਇਹਦੇ ਵਿੱਚ ਜਿਹੜਾ ਸਾਡੇ ਕੋਲ ਅਨਨੋਨ x ਦਿੱਤਾ ਹੋਇਆ ਸੀ ਜਿਹਦੀ ਅਸੀਂ ਕੀਮਤ ਪਤਾ ਕਰਨੀ ਸੀ ਬਾਹਰੀ ਕੋਣ ਦੀ, ਉਹ ਸਾਡੇ ਕੋਲ 110 ਡਿਗਰੀ ਬਣਦੀ ਹੈ। ਸੋ ਵਿਦਿਆਰਥੀਓ, ਇਸ ਤੋਂ ਬਾਅਦ ਅਗਲਾ ਸਵਾਲ ਅਸੀਂ ਦੇਖਦੇ ਹਾਂ। ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ ਤੀਜਾ। ਇਹਦੇ ਵਿੱਚ ਵੀ ਅਸੀਂ x ਦਾ ਹੀ ਮੁੱਲ ਪਤਾ ਕਰਨਾ ਹੈ ਜਿਹੜਾ ਕਿ ਸਾਡੇ ਕੋਲ ਬਾਹਰੀ ਕੋਣ ਦਿੱਤਾ ਹੋਇਆ ਹੈ। ਇਸ ਬਾਰੇ ਉੱਪਰ ਵਾਲੇ ਸਿਖਰ ਦੇ ਉੱਤੇ ਬਾਹਰੀ ਕੋਣ ਬਣ ਰਿਹਾ ਹੈ। ਤੋ ਇਹਦੇ ਵਿੱਚ ਵੀ ਬਿਲਕੁਲ ਉਸੇ ਢੰਗ ਦੇ ਨਾਲ ਆਪਾਂ ਜਿਵੇਂ ਪਹਿਲੇ ਸਵਾਲ ਕੀਤੇ ਨੇ ਉਸੇ ਹੀ ਢੰਗ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਇਹ ਲਿਖਾਂਗੇ ਕਿ ਬਾਹਰੀ ਕੋਣ ਦਾ ਮਾਪ ਸਾਨੂੰ ਕਿੰਨਾ ਦਿੱਤਾ ਗਿਆ ਹੈ। ਸੋ ਬਾਹਰੀ ਕੋਣ ਬਰਾਬਰ x ਤੇ ਅੰਦਰਲੇ ਦੋਨੋਂ ਸਨਮੁਖ ਕੋਣਾਂ ਦੇ ਮਾਪ, ਅੰਦਰਲੇ ਦੋਨੋਂ ਸਨਮੁਖ ਕੋਣਾਂ ਦੇ ਮਾਪ। ਹਾਂਜੀ ਬੱਚੋ, ਇਹ ਸਾਨੂੰ ਇੱਕ ਕੋਣ ਜਿਹੜਾ ਹੈ ਉਹਦਾ ਮਾਪ 30 ਡਿਗਰੀ ਹੈ ਅਤੇ ਦੂਸਰੇ ਕੋਣ ਦਾ ਮਾਪ ਸਾਨੂੰ 40 ਡਿਗਰੀ ਦਿੱਤਾ ਗਿਆ ਹੈ। ਠੀਕ ਹੈ। ਤੋ ਇਸ ਤੋਂ ਬਾਅਦ ਫਿਰ ਅਸੀਂ ਜਿਹੜਾ ਫਾਰਮੂਲਾ ਸਭ ਤੋਂ ਪਹਿਲਾਂ ਲਿਖਾਂਗੇ ਜਿਹੜਾ ਬਾਹਰੀ ਕੋਣ ਦਾ ਗੁਣ ਹੈ ਸਾਡੇ ਕੋਲ, ਕਿ ਬਾਹਰੀ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਠੀਕ ਹੈ ਵਿਦਿਆਰਥੀਓ, ਤੋਂ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜਾ ਬਾਹਰਲਾ ਕੋਣ ਹੈ ਉਹ x ਦੇ ਬਰਾਬਰ ਹੈ। ਠੀਕ ਹੈ। ਔਰ ਅੰਦਰਲੇ ਸਨਮੁਖ ਕੋਣ ਜਿਹੜੇ ਸਾਡੇ ਕੋਲ ਨੇ, ਇੱਕ 30 ਡਿਗਰੀ ਹੈ ਤੇ ਦੂਸਰਾ 40 ਡਿਗਰੀ। ਠੀਕ ਹੈ। ਇਹ ਦੋਨੋਂ ਹੀ ਨਿਊਨ ਕੋਣ ਨੇ, ਇਹਨਾਂ ਦਾ ਜੋੜ ਵੀ ਜਿਹੜਾ ਇਸ ਵਾਰ ਸਾਡੇ ਕੋਲ ਨਿਊਨ ਕੋਣ ਹੀ ਬਣ ਰਿਹਾ ਹੈ। ਕਹਿੰਦਾ ਭਾਵ ਹੈ ਸਾਡੇ ਕੋਲ ਬਾਹਰੀ ਕੋਣ ਜਿਹੜਾ ਉਹ ਨਿਊਨ ਕੋਣ ਹੈ। ਨਿਊਨ ਕੋਣ ਅਸੀਂ ਕਹਿੰਦੇ ਹਾਂ ਜਿਹੜਾ ਕੋਣ ਸਾਡੇ ਕੋਲ 90 ਡਿਗਰੀ ਤੋਂ ਛੋਟਾ ਹੁੰਦਾ ਹੈ। ਠੀਕ ਹੈ। ਤੋ ਇਸ ਤਰ੍ਹਾਂ ਸਾਡੇ ਕੋਲ ਇਸ ਕੇਸ ਦੇ ਵਿੱਚ x ਦਾ ਜਿਹੜਾ ਮੁੱਲ ਹੈ ਉਹ 70 ਡਿਗਰੀ ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਤੋ ਮੈਨੂੰ ਲੱਗਦਾ 3 ਸਵਾਲ ਆਪਾਂ ਕੀਤੇ ਨੇ। ਬੜੀ ਆਸਾਨੀ ਦੇ ਨਾਲ ਤੁਸੀਂ ਹੁਣ ਅਗਲੇ ਸਵਾਲ ਜਿਹੜੇ ਉਹ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਸਾਨੂੰ ਬਾਹਰੀ ਕੋਣ ਦਾ ਮਾਪ ਪਤਾ ਕਰਨ ਵਾਸਤੇ ਕਿਹਾ ਹੋਏਗਾ ਜਦਕਿ ਉਹਦੇ ਅੰਦਰਲੇ ਸਨਮੁਖ ਕੋਣ ਸਾਨੂੰ ਜਿਹੜੇ ਦਿੱਤੇ ਹੋਏ ਹੋਣਗੇ। ਠੀਕ ਹੈ। ਤੋ ਆਓ ਦੇਖਦੇ ਹਾਂ ਇਸ ਤੋਂ ਬਾਅਦ ਚੌਥਾ ਸਵਾਲ ਜਿਹੜਾ ਸਾਡੇ ਕੋਲ ਪਹਿਲੇ ਪਾਰਟ ਦਾ ਹੈ। ਕੁਐਸਚਨ ਸਾਡੇ ਕੋਲ ਦੇਖ ਸਕਦੇ ਹੋ ਕਿ ਇਹਦੇ ਵਿੱਚ ਸਾਡੇ ਕੋਲ ਅਗਿਆਤ ਬਾਹਰਲੇ ਕੋਣ x ਦਾ ਅਸੀਂ ਮੁੱਲ ਪਤਾ ਕਰਨਾ ਹੈ। ਬਿਲਕੁਲ ਪਿਛਲੇ ਸਵਾਲ ਦੀ ਤਰ੍ਹਾਂ ਹੀ ਹੈ। ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਬਾਹਰਲਾ ਕੋਣ। ਬਾਹਰਲਾ ਕੋਣ ਸਾਡੇ ਕੋਲ x ਜਿਹੜਾ ਦਿੱਤਾ ਹੋਇਆ ਹੈ, ਅੰਦਰਲੇ ਦੋਨੋਂ ਸਨਮੁਖ ਕੋਣਾਂ ਦਾ ਜਿਹੜਾ ਮਾਪ ਹੈ ਉਹ ਸਾਡੇ ਕੋਲ ਹਰੇਕ ਦਾ 60 ਡਿਗਰੀ ਮਾਪ ਦਿੱਤਾ ਗਿਆ ਹੈ। ਠੀਕ ਹੈ। ਅੰਦਰਲੇ ਸਨਮੁਖ ਕੋਣਾਂ ਦਾ ਮਾਪ ,60 ਡਿਗਰੀ ਅਤੇ 60 ਡਿਗਰੀ। ਠੀਕ ਹੈ। ਦੋ ਸਨਮੁਖ ਕੋਣ ਨੇ, ਦੋਨਾਂ ਦਾ ਹੀ ਮਾਪ ਸਾਡੇ ਕੋਲ 60 ਡਿਗਰੀ ਹੈ। ਇਸ ਤੋਂ ਬਾਅਦ ਅਸੀਂ ਸੂਤਰ ਲਿਖਾਂਗੇ ਬਾਹਰੀ ਕੋਣ ਵਾਲਾ। ਬਾਹਰੀ ਕੋਣ ਜਾਂ ਬਾਹਰਲਾ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਠੀਕ ਹੈ। तो ਬਾਹਰਲਾ ਕੋਣ x ਹੈ ਜਿਹਦਾ ਅਸੀਂ ਮਾਪ ਪਤਾ ਕਰਨਾ ਹੈ ਔਰ ਅੰਦਰਲੇ ਦੋਨੋਂ ਕੋਣਾਂ ਦਾ ਮਾਪ ਜਿਹੜਾ ਸਾਡੇ ਕੋਲ ਉਹ 60 ਡਿਗਰੀ ਤੇ 60 ਡਿਗਰੀ ਦਿੱਤਾ ਗਿਆ ਹੈ। तो 60 ਤੇ 60 ਇਹਨਾਂ ਦਾ ਜੋੜ ਸਾਡੇ ਕੋਲ ਜਿਹੜਾ 120 ਡਿਗਰੀ ਬਣ ਜਾਂਦਾ ਹੈ। तो x ਦੀ ਕੀਮਤ ਜਿਹੜੀ ਸਾਡੇ ਕੋਲ ਇਸ ਸਵਾਲ ਦੇ ਵਿੱਚ ਕੀ ਬਣ ਜਾਂਦੀ ਹੈ 120 ਡਿਗਰੀ। ਠੀਕ ਹੈ। तो ਅਸੀਂ ਲਿਖ ਸਕਦੇ ਹਾਂ ਇਸ ਤਰ੍ਹਾਂ ਅਗਿਆਤ ਬਾਹਰਲੇ ਕੋਣ ਦਾ ਮਾਪ 120 ਡਿਗਰੀ ਹੈ। ਇਸ ਤਰ੍ਹਾਂ ਅਗਿਆਤ ਬਾਹਰਲੇ ਕੋਣ ਦਾ ਮਾਪ
120 डिग्री है। ठीक है, तो ये साडे कोल फर्स्ट क्वेश्चन का चौथा पार्ट है। इस तो बाद अगला सवाल देखते हैं ਅਸੀਂ। अगला फर्स्ट का पंजवां पार्ट साडे कोल है, ये भी उस ढंग दे नाल साडे कोल जिहड़ा बाहरले कोण दा सी माप पता करना है, ते अंदरले सन्मुख कोण जिहड़े दोनों सानू दिते गए ने ते दोनों की कीमत जिहड़ी है बराबर भी है। ठीक है, तो बिल्कुल बच्चों उसी ढंग दे नाल आपां ये भी सवाल नूं हल करांगे। ਅੱਜ ਅਸੀਂ ਜਿੰਨੇ ਸਵਾਲ ਕਰ ਲੈਣੇ ਨੇ, ਇਹ ਫਾਰਮੂਲਾ ਤੇ ਇਸ ਢੰਗ ਦੇ ਸਵਾਲ ਕਦੇ ਵੀ ਤੁਹਾਨੂੰ ਨਹੀਂ ਭੁੱਲਣਗੇ। ਜਿਹੜੇ ਵੀ ਬੱਚੇ ਚੰਗੀ ਤਰ੍ਹਾਂ ਦੇਖ ਰਹੇ ਨੇ, ਕਰ ਰਹੇ ਨੇ ਨਾਲੋਂ ਨਾਲ, ਉਹਨਾਂ ਦੇ ਇਹ ਸਵਾਲ ਜ਼ਰੂਰ ਪੱਕੇ ਹੋ ਜਾਣਗੇ। ਠੀਕ ਹੈ, ਤਾਂ ਬਾਹਰਲੇ ਕੋਣ ਦਾ ਮਾਪ ਸਾਨੂੰ ਪਹਿਲਾਂ ਇਹ ਅਸੀਂ ਪਤਾ ਕਰਨਾ ਹੈ, ਪਰ ਇਹਦਾ ਨਾਮ ਅਸੀਂ ਜਿਹੜਾ ਕੀਮਤ ਹੈ ਉਹ ਸਾਨੂੰ x ਦਿੱਤੀ ਹੋਈ ਹੈ। ਸੋ ਬਾਹਰਲਾ ਕੋਣ ਬਰਾਬਰ x, ਅੰਦਰਲੇ ਸਨਮੁਖ ਕੋਣਾਂ ਵਿੱਚ ਹਰੇਕ ਦਾ ਮਾਪ ਬਰਾਬਰ 50 डिग्री। ठीक है, अंदरले सन्मुख कोणां दे विचों दोनां दा जिहड़ा माप है ਉਹ ਸਾਡੇ ਕੋਲ 50 डिग्री है। इस तो बाद बाहरी कोण ਦਾ ਗੁਣ ਜਿਹੜਾ ਸਾਡੇ ਕੋਲ ਹੁੰਦਾ ਹੈ ਉਹ ਕੀ ਹੁੰਦਾ ਹੈ ਕਿ ਬਾਹਰੀ ਕੋਣ ਜਾਂ ਬਾਹਰਲਾ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ठीक है, तो बाहरी कोण ਸਾਡੇ ਕੋਲ x ਹੈ ਤੇ ਅੰਦਰਲੇ ਜਿਹੜੇ ਸਨਮੁਖ ਕੋਣ ਨੇ ਉਹ ਦੋਨੋਂ ਹੀ ਸਾਡੇ ਕੋਲ ਦੋਨਾਂ ਦਾ ਮਾਪ ਹੀ 50 डिग्री है। तो ਦੋਨਾਂ ਦਾ ਜੋੜਫਲ ਕਰਾਂਗੇ ਅਸੀਂ 50 डिग्री जमा 50 डिग्री। ठीक है, तो x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 100 डिग्री बन जाती है। ठीक है, तो इस तरह अज्ञात बाहरले कोण का माप 100 डिग्री है। इस तरह अज्ञात बाहरले कोण का माप 100 डिग्री है। ठीक है स्टूडेंट्स, तो आओ देखते हैं इस तो बाद अगला सवाल। अगला सवाल साडे कोल ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਬਾਹਰੀ ਕੋਣ x ਜਿਹੜਾ ਉਹਦੀ ਅਸੀਂ ਕੀਮਤ ਪਤਾ ਕਰਨੀ ਹੈ। ਅੰਦਰਲੇ ਦੋਨੋਂ ਕੋਣਾਂ ਦਾ ਜੋੜ ਸਾਡੇ ਕੋਲ ਅਸੀਂ ਪਤਾ ਕਰ ਸਕਦੇ ਹਾਂ ਕਿਉਂਕਿ ਦੋਨੋਂ ਕੋਣਾਂ ਦਾ ਮੁੱਲ ਜਿਹੜਾ ਸਾਨੂੰ ਪਤਾ ਹੈ। ठीक है, हल तो ਫਾਰਮੂਲਾ ਸਾਡੇ ਕੋਲ ਹੁੰਦਾ ਹੈ ਬਾਹਰਲਾ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ सन्मुख कोणा का जोड़। ठीक है, तो बाहरला कोण साडे कोल x है ते अंदरले जिहड़े दोनों कोण ने वो साडे कोल एक 30 डिग्री ते दूसरा 60 डिग्री है। ठीक है, तो 30 डिग्री ते 60 डिग्री ये साडे कोल 90 डिग्री हो जाएगा। ठीक है, तो यही असी पता करना सी। ठीक है, तो ये जिहड़ा x है ये साडे कोल समकोण बनदा पिया इत्थे। ठीक, तो ये साडे कोल पहले पार्ट का अभ्यास 6.2 ਦੇ फर्स्ट पार्ट ਦੇ 6 क्वेश्चन ਸੀ ਜਿਹੜੇ ਆਪਾਂ ਹੱਲ ਕੀਤੇ ਨੇ। ਇਸ ਤੋਂ ਬਾਅਦ ਹੁਣ ਸੈਕਿੰਡ ਪਾर्ट ਜਿਹੜਾ ਸ਼ੁਰੂ ਹੋਏਗਾ ਉਹਦੇ ਵਿੱਚ ਫਿਰ ਸਾਡੇ ਕੋਲ ਜਿਹੜੇ 6 ਸਵਾਲ ਨੇ। तो आओ देखते हैं ਆਪਾਂ ਇਸ ਤੋਂ ਬਾਅਦ ਅਗਲਾ ਸਵਾਲ। ਸੋ ਦੂਜੇ ਸਵਾਲ ਦਾ ਪਹਿਲਾ ਪਾर्ट ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਹੇਠ ਲਿਖੇ ਚਿੱਤਰਾਂ ਵਿੱਚੋਂ ਅਗਿਆਤ ਅੰਦਰਲੇ ਕੋਣ x ਦਾ ਮੁੱਲ ਪਤਾ ਕਰੋ। ਠੀਕ ਹੈ, ਇਸ ਵਾਰ ਸਾਨੂੰ ਪਹਿਲਾਂ ਦੀ ਤਰ੍ਹਾਂ ਜਿਹੜੇ ਅੰਦਰਲੇ ਦੋਨੋਂ ਕੋਣ ਨਹੀਂ ਦਿੱਤੇ ਹੋਏ, ਅੰਦਰਲੇ ਇੱਕ ਕੋਣ ਦਾ ਮਾਪ ਸਾਨੂੰ ਪਤਾ ਹੈ। ਇੱਕ ਕੋਣ ਜਿਹੜਾ ਉਹ ਸਾਡੇ ਕੋਲ x ਹੈ ਤੇ ਬਾਹਰਲਾ ਕੋਣ ਪਰ ਇਸ ਵਾਰ ਸਾਨੂੰ ਦਿੱਤਾ ਹੋਇਆ 115 डिग्री। ठीक है, तो ਇਹਦੇ 'ਚ ਅਸੀਂ ਬਾਹਰਲੇ ਕੋਣ ਦਾ ਜਿਹੜਾ ਗੁਣ ਹੈ ਉਹਨੂੰ ਹੀ ਯੂਜ਼ ਕਰਾਂਗੇ, ਉਸੇ ਦੀ ਵਰਤੋਂ ਕਰਾਂਗੇ ਤੇ ਜਿਹੜਾ ਸਾਡੇ ਕੋਲ ਕੋਣ x ਹੈ ਅੰਦਰਲਾ ਕੋਣ ਹੈ ਇਹਦਾ ਅਸੀਂ ਮੁੱਲ ਪਤਾ ਕਰਾਂਗੇ। ठीक है, तो सब तो पहला ਇੱਥੇ ਅਸੀਂ ਲਿਖਦੇ ਹਾਂ ਸਾਨੂੰ ਬਾਹਰਲਾ ਕੋਣ ਜਿਹੜਾ ਦਿੱਤਾ ਹੋਇਆ, ਬਾਹਰਲਾ ਕੋਣ ਬਰਾਬਰ 115 डिग्री। ठीक है, अंदरले दोनों कोण
ਅੰਦਰਲੇ ਦੋਨਾਂ ਕੋਣਾਂ ਦਾ ਮਾਪ ਇਹ ਸਾਡੇ ਕੋਲ x ਹੈ ਅਤੇ ਦੂਸਰਾ ਕੋਣ ਸਾਡੇ ਕੋਲ 50 ਡਿਗਰੀ ਹੈ। ਠੀਕ ਹੈ, तो ਸਾਡੇ ਕੋਲ ਜਿਹੜਾ ਗੁਣ ਹੁੰਦਾ ਹੈ ਉਹ ਹੁੰਦਾ ਹੈ ਬਾਹਰਲਾ ਕੋਣ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਮਾਪ, ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਠੀਕ ਹੈ ਸਟੂਡੈਂਟਸ, ਤੋਂ ਬਾਹਰਲਾ ਕੋਣ ਸਾਡੇ ਕੋਲ ਇਹਦੇ ਵਿੱਚ 115 ਡਿਗਰੀ ਜਿਹੜਾ ਦਿੱਤਾ ਹੋਇਆ ਹੈ ਤੇ ਅੰਦਰਲੇ ਜਿਹੜੇ ਦੋਨੋਂ ਸਨਮੁਖ ਕੋਣ ਨੇ, ਇੱਕ ਸਾਡੇ ਕੋਲ x ਹੈ ਤੇ ਦੂਸਰਾ 50 ਡਿਗਰੀ। तो ਇਹ ਸਾਡੇ ਕੋਲ x ਜਮਾ 50 ਡਿਗਰੀ ਆਏਗਾ। ਠੀਕ ਹੈ, तो ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਨ ਦੇ ਲਈ ਅਸੀਂ 50 ਨੂੰ ਦੂਜੇ ਪਾਸੇ ਜਿਹੜਾ ਸ਼ਿਫਟ ਕਰਾਂਗੇ, ਦੂਜੇ ਪਾਸੇ 115 ਡਿਗਰੀ ਦੇ ਵਿੱਚੋਂ ਘਟਾਇਆ ਜਾਏਗਾ 50 ਨੂੰ। ਠੀਕ, ਸੋ 115 ਡਿਗਰੀ ਮਾਈਨਸ 50 ਡਿਗਰੀ ਇਕੁਅਲਸ ਟੂ x। तो x ਦਾ ਜਿਹੜਾ ਮੁੱਲ ਹੈ ਸਾਡੇ ਕੋਲ 115 ਦੇ ਵਿੱਚੋਂ ਜੇਕਰ ਅਸੀਂ 50 ਨੂੰ ਘਟਾਵਾਂਗੇ ਸਾਡੇ ਕੋਲ ਬਣਦਾ ਹੈ 65 ਡਿਗਰੀ। ਠੀਕ ਹੈ, ਸੋ ਇਸ ਤਰ੍ਹਾਂ ਅੰਦਰਲੇ ਕੋਣ x ਦਾ ਜਿਹੜਾ ਮੁੱਲ ਹੈ ਸਾਡੇ ਕੋਲ ਉਹ ਕੀ ਬਣ ਜਾਂਦਾ ਹੈ 65 ਡਿਗਰੀ, 65 ਡਿਗਰੀ। ਠੀਕ ਹੈ ਵਿਦਿਆਰਥੀਓ, ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਲਾਸਟ ਕੁਐਸਚਨ ਕੀਤੇ ਉਹਦੇ ਸਾਡੇ ਕੋਲ ਬਾਹਰਲੇ ਕੋਣ ਦਾ ਮੁੱਲ ਨਹੀਂ ਸੀ ਪਤਾ, ਇਹਦੇ ਵਿੱਚ ਸਾਡੇ ਕੋਲ ਇੱਕ ਅੰਦਰਲੇ ਕੋਣ ਦਾ ਮੁੱਲ ਨਹੀਂ ਸੀ ਪਤਾ, ਸਿਰਫ ਟਰਮਸ ਨੂੰ ਇੱਧਰ ਉੱਧਰ ਸ਼ਿਫਟ ਕਰਕੇ तो बड़ी आसानी ਦੇ ਨਾਲ ਅਸੀਂ x ਦੀ ਜਿਹੜੀ ਕੀਮਤ ਹੈ ਉਹ ਪਤਾ ਕਰ ਸਕਦੇ ਹਾਂ। ਠੀਕ ਹੈ, तो ਇਹ x ਜਿਹੜਾ ਕੋਣ ਹੈ ਸਾਡੇ ਕੋਲ ਇਹ ਬਣ ਜਾਂਦਾ ਹੈ 65 ਡਿਗਰੀ। ਸੋ ਇਸ ਤੋਂ ਬਾਅਦ ਅਗਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇਹਦੇ ਵਿੱਚ ਵੀ ਅਸੀਂ ਜਿਹੜਾ ਅੰਦਰਲਾ ਸਾਡੇ ਕੋਲ x ਕੋਣ ਹੈ ਉਸੇ ਦਾ ਅਸੀਂ ਮੁੱਲ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਬਾਹਰਲੇ ਕੋਣ ਦਾ ਮਾਪ ਹਾਂਜੀ, ਬਾਹਰਲੇ ਕੋਣ ਦਾ ਮਾਪ ਸਾਡੇ ਕੋਲ ਹੈ 100 ਡਿਗਰੀ। ਠੀਕ ਹੈ, ਅੰਦਰਲੇ ਦੋਨੋਂ ਕੋਣਾਂ ਦਾ ਮਾਪ 70 ਡਿਗਰੀ ਅਤੇ x ਡਿਗਰੀ ਹੈ। 70 ਡਿਗਰੀ ਅਤੇ x ਦਿੱਤਾ ਹੈ। ਠੀਕ ਹੈ, तो ਹੁਣ ਅਸੀਂ ਇੱਥੇ ਸੂਤਰ ਲਿਖਾਂਗੇ ਬਾਹਰੀ ਕੋਣ ਦਾ ਮਾਪ ਬਰਾਬਰ ਬਾਹਰੀ ਕੋਣ ਦਾ ਮਾਪ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ। ਅੰਦਰਲੇ ਸਨਮੁਖ ਕੋਣਾਂ ਦਾ ਜੋੜ। ਠੀਕ ਹੈ, तो ਬਾਹਰੀ ਕੋਣ ਜਿਹੜਾ ਸਾਡੇ ਕੋਲ 100 ਹੈ ਤੇ ਅੰਦਰਲੇ ਸਾਡੇ ਕੋਲ ਦੋਨੋਂ ਕੋਣ ਜਿਹੜੇ ਇੱਕ x ਹੈ ਤੇ ਦੂਸਰਾ 70 ਡਿਗਰੀ। ਠੀਕ ਹੈ, तो x ਜਮਾ 70 ਡਿਗਰੀ ਬਰਾਬਰ 100 ਡਿਗਰੀ। ਇਹਦੇ ਵਿੱਚੋਂ ਜਦੋਂ ਅਸੀਂ x ਦੀ ਕੀਮਤ ਪਤਾ ਕਰਾਂਗੇ ਤਾਂ 70 ਨੂੰ 100 ਦੇ ਵਿੱਚੋਂ ਦੂਜੇ ਪਾਸੇ ਲਿਜਾ ਕੇ ਘਟਾ ਦੇਵਾਂਗੇ। तो x ਬਰਾਬਰ ਸਾਡੇ ਕੋਲ ਆ ਜਾਏਗਾ 100 ਡਿਗਰੀ ਮਾਈਨਸ 70 ਡਿਗਰੀ। ਠੀਕ ਹੈ, 100 ਚੋਂ 70 ਕੱਢੇ ਤੇ ਸਾਡੇ ਕੋਲ 30 ਡਿਗਰੀ ਬਣਦਾ ਹੈ। तो x ਬਰਾਬਰ 30 ਡਿਗਰੀ ਇਹ ਸਾਡੇ ਕੋਲ ਲੋੜੀਂਦਾ ਆਨਸਰ ਹੈ ਸਾਡੇ ਕੋਲ ਇਸ ਸਵਾਲ ਦਾ। ਠੀਕ ਹੈ, ਸੋ ਇਸ ਤਰ੍ਹਾਂ ਅਗਿਆਤ ਅੰਦਰਲੇ ਕੋਣ x ਦਾ ਮੁੱਲ 30 ਡਿਗਰੀ ਹੈ, ਇਹ ਵੀ ਅਸੀਂ ਹੇਠਾਂ ਲਿਖ ਸਕਦੇ ਹਾਂ। ठीक है विद्यार्थियों, तो आओ देखते हैं इस तो बाद थर्ड पार्ट। सो अगला सवाल ਸਾਡੇ ਕੋਲ ਹੈ ਇਹਦੇ ਵਿੱਚ ਇੱਕ ਸਮਕੋਣੀ ਤ੍ਰਿਭੁਜ ਸਾਨੂੰ ਦਿੱਤੀ ਗਈ ਹੈ। ਠੀਕ ਹੈ, ਸਮਕੋਣੀ ਤ੍ਰਿਭੁਜ ਦੇ ਵਿੱਚ ਅੰਦਰਲਾ ਇੱਕ ਕੋਣ ਸਾਨੂੰ ਜਿਹੜਾ ਨਿਊਨ ਕੋਣ ਹੈ x ਉਹ ਵੀ ਦਿੱਤਾ ਗਿਆ ਹੈ। तो ਇਹ ਸਨਮੁਖ ਇਹ ਦੋਨੋਂ ਕੋਣਾਂ ਦੇ ਸਨਮੁਖ ਜਿਹੜਾ ਬਾਹਰੀ ਕੋਣ ਹੈ ਉਹ ਵੀ ਸਾਨੂੰ 125 ਡਿਗਰੀ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਵੀ ਅਸੀਂ ਅਗਿਆਤ ਕੋਣ x ਦਾ ਜਿਹੜਾ ਮੁੱਲ ਪਤਾ ਕਰਾਂਗੇ। ਠੀਕ ਹੈ, तो ਇਹਦੇ ਵਿੱਚ ਬਾਹਰਲਾ ਕੋਣ ਪਹਿਲਾਂ ਉਸ ਦਾ ਅਸੀਂ ਮਾਪ ਲਿਖਾਂਗੇ। ਬਾਹਰਲਾ ਕੋਣ ਸਾਡੇ ਕੋਲ ਹੈ 125 ਡਿਗਰੀ
ठीक है। ਤੇ ਅੰਦਰਲੇ ਦੋਨੋਂ ਕੋਣਾਂ ਦੀ ਅਗਰ ਅਸੀਂ ਗੱਲ ਕਰੀਏ, ਇੱਕ ਸਾਨੂੰ x ਦਿੱਤਾ ਗਿਆ ਹੈ ਤੇ ਦੂਸਰਾ ਜਿਹੜਾ ਹੈ ਸਮਕੋਣ ਦਾ ਇੱਥੇ ਨਿਸ਼ਾਨ ਬਣਿਆ ਹੋਇਆ ਹੈ, ਇਹ ਕੋਣ ਸਾਡੇ ਕੋਲ 90 ਡਿਗਰੀ ਦਾ ਹੋਏਗਾ। ਠੀਕ ਹੈ। ਅੰਦਰਲੇ ਸਨਮੁਖ ਦੋਨੋਂ ਕੋਣ x ਅਤੇ 90 ਡਿਗਰੀ ਹਨ। ਠੀਕ ਹੈ। ਤੋ ਇਹਦੇ ਵਿੱਚ ਫਾਰਮੂਲਾ ਫਿਰ ਅਸੀਂ ਯੂਜ਼ ਕਰਾਂਗੇ, ਅੰਦਰਲੇ ਸਨਮੁਖ ਕੋਣਾਂ ਦਾ ਜੋੜ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜ ਬਰਾਬਰ ਬਾਹਰਲਾ ਕੋਣ। ਠੀਕ ਹੈ। ਤੋ ਅੰਦਰਲੇ ਸਨਮੁਖ ਕੋਣ ਸਾਡੇ ਕੋਲ ਇੱਕ x ਹੈ ਤੇ ਦੂਸਰਾ ਸਮਕੋਣ ਹੈ, ਭਾਵ 90 ਡਿਗਰੀ ਹੈ। ਬਾਹਰਲਾ ਕੋਣ ਸਾਡੇ ਕੋਲ 125 ਡਿਗਰੀ ਬਣਦਾ ਹੈ। ਠੀਕ ਹੈ। ਤੋ ਇਹਦੇ ਵਿੱਚ x ਦੀ ਕੀਮਤ ਜਿਹੜੀ ਅਸੀਂ ਪਤਾ ਕਰ ਸਕਦੇ ਹਾਂ, 125 ਦੇ ਵਿੱਚੋਂ 90 ਨੂੰ ਘਟਾ ਕੇ 125 ਡਿਗਰੀ ਮਾਈਨਸ 90 ਡਿਗਰੀ, ਤੋ ਇਹ ਸਾਡੇ ਕੋਲ ਬਣੇਗਾ 35 ਡਿਗਰੀ। ਠੀਕ ਹੈ। ਤੋ x ਦੀ ਕੀਮਤ ਜਿਹੜੀ ਹੈ ਸਾਡੇ ਕੋਲ ਉਹ ਇਹ ਸਵਾਲ ਦੇ ਵਿੱਚ 35 ਡਿਗਰੀ ਆ ਜਾਂਦੀ ਹੈ। ਠੀਕ। ਤੋ ਅਸੀਂ ਲਿਖ ਸਕਦੇ ਹਾਂ ਕਿ ਇਸ ਤਰ੍ਹਾਂ ਅਗਿਆਤ ਅੰਦਰਲੇ ਕੋਣ ਦਾ ਮੁੱਲ 35 ਡਿਗਰੀ ਹੈ। ਇਸ ਤਰ੍ਹਾਂ ਅਗਿਆਤ ਅੰਦਰਲੇ ਸਨਮੁਖ ਕੋਣ ਦਾ ਮੁੱਲ पैंती डिग्री है। ठीक है स्टूडेंट्स। इस तो बाद अगला सवाल, सो ਇਹਦੇ ਵਿੱਚ ਵੀ ਸਾਡੇ ਕੋਲ ਅੰਦਰਲੇ ਦੋ ਕੋਣ ਜਿਹੜੇ ਦਿੱਤੇ ਗਏ ਨੇ, ਬਾਹਰਲਾ ਕੋਣ ਸਾਡੇ ਕੋਲ 120 ਡਿਗਰੀ ਹੈ। ਠੀਕ ਹੈ। तो सब तो पहला ਅਸੀਂ ਲਿਖਾਂਗੇ ਬਾਹਰਲੇ ਕੋਣ ਦਾ ਮਾਪ ਬਰਾਬਰ 120 ਡਿਗਰੀ। ਠੀਕ ਹੈ। तो ਅੰਦਰਲੇ ਜਿਹੜੇ ਦੋਨੋਂ ਕੋਣ ਨੇ, ਇੱਕ ਸਾਡੇ ਕੋਲ x 60 ਡਿਗਰੀ ਹੈ ਤੇ ਦੂਸਰਾ x ਜਿਹੜਾ ਅਗਿਆਤ ਹੈ, ਜਿਹਦਾ ਅਸੀਂ ਮੁੱਲ ਪਤਾ ਕਰਨਾ ਹੈ। ਸੋ ਅੰਦਰਲੇ ਸਨਮੁਖ ਕੋਣ सठ डिग्री ਅਤੇ x ਹਾਂ। ਠੀਕ ਹੈ। तो ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ ਬਰਾਬਰ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ ਬਰਾਬਰ ਬਾਹਰਲਾ ਕੋਣ। ठीक है जी। तो सन्मुख कोणा का जोड़ साढ़े कोल x जमा 60 डिग्री आ जाएगा और x जमा 60 डिग्री बाहरी कोण 120 डिग्री के बराबर होएगा। इतों x की जी कीमत है वो असी बड़ी आसानी के नाल पता कर सकते हाँ, 120 डिग्री माइनस 60 डिग्री। ठीक है। तो यदी कीमत जी साढ़े को 60 डिग्री ही बन जाती है। ठीक। तो इस तरह इस सवाल के जोड़ा अज्ञात x सानू पूछा गया सी, उहदी जिहड़ा कीमत है, जिहड़ा मुल है, वो साढ़े कोल 60 डिग्री बन जाता है। ठीक है। तो इस तो बाद अगला सवाल देखते हैं आप। हाँ जी, इस सवाल के साढ़े कोल बाहरला कोण जिहड़ा वो 80 डिग्री दिता गया है। हल बाहरले कोण का माप बराबर 80 डिग्री। ठीक। ते अंदरले कोण जिहड़े सानू दिते गए ने वो x ਅਤੇ 30 डिग्री ने, x ਅਤੇ 30 डिग्री। ठीक है। तो उस तो बाद फिर असी सूत्र जिहड़ा लगावांगे कि अंदरले कोणां दा माप बराबर बाहरले कोण दा माप। हुण तक तां ये तुहानूं ऐन चंगी तरह याद हो गया होना चाहिए। है, अंदरले सन्मुख कोणां दा जोड़
बराबर बाहरला कोण तो अंदरले सन्मुख कोण साडे कोल हैगे ने x जमा 30 डिग्री बराबर 80 डिग्री। ठीक है, तो ਇਹਦੇ ਵਿੱਚ x ਦੀ ਕੀਮਤ ਪਤਾ ਕਰਨ ਲਈ ਅਸੀਂ 30 ਡਿਗਰੀ ਨੂੰ ਦੂਜੇ ਪਾਸੇ ਲਿਜਾ ਕੇ 80 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 50 डिग्री आ जाएगा। ठीक है, तो x बराबर 50 डिग्री। ठीक है, सो इस तरह अज्ञात अंदरले कोण दा मुੱਲ अज्ञात अंदरले सन्मुख कोण दा मुੱਲ 50 डिग्री है। ठीक है स्टूडेंट्स, तो इस तो बाद आखिरी सवाल साडे कोल, हाँ जी विद्यार्थियों, तो ਇਹਦੇ ਵਿੱਚ ਸਾਡੇ ਕੋਲ ਹੇਠਲੇ ਸਿਖਰ ਦੇ ਉੱਤੇ ਬਾਹਰੀ ਕੋਣ ਜਿਹੜਾ 75 ਡਿਗਰੀ ਦਾ ਦਿੱਤਾ ਹੋਇਆ ਤੇ ਅੰਦਰਲੇ ਸਨਮੁਖ ਕੋਣ ਇੱਕ ਕੋਣ x ਹੈ ਤੇ ਦੂਸਰਾ 35 ਡਿਗਰੀ। तो ਇਹਨੂੰ ਵੀ ਅਸੀਂ ਉਸੇ ਢੰਗ ਦੇ ਨਾਲ ਲਿਖਾਂਗੇ ਜਿਵੇਂ ਅਸੀਂ ਪਿੱਛੇ ਵਾਲੇ ਸਵਾਲ ਜਿਹੜੇ ਕਰਕੇ ਆਏ ਹਾਂ। ਬਾਹਰਲੇ ਕੋਣ ਦਾ ਮਾਪ ਸਭ ਤੋਂ ਪਹਿਲਾਂ ਬਾਹਰਲੇ ਕੋਣ ਦਾ ਮਾਪ ਸਾਡੇ ਕੋਲ ਹੈ 75 ਡਿਗਰੀ 75। ਇਸ ਤੋਂ ਬਾਅਦ ਅੰਦਰਲੇ ਦੋਨੋਂ ਕੋਣ ਜਿਹੜੇ ਸਾਨੂੰ ਦਿੱਤੇ ਗਏ ਨੇ ਜਿਹੜੇ ਸਨਮੁਖ ਵੀ ਨੇ ਬਾਹਰਲੇ ਕੋਣ ਦੇ, ਇਹਨਾਂ ਦਾ ਮਾਪ ਸਾਨੂੰ ਦਿੱਤਾ ਗਿਆ ਹੈ x ਤੇ 35 ਡਿਗਰੀ, x ਅਤੇ 35 ਡਿਗਰੀ। ਠੀਕ ਹੈ, तो ਹੁਣ ਅਸੀਂ ਫਿਰ ਉਹੀ ਸੂਤਰ ਲਿਖਾਂਗੇ ਜਿਹੜਾ ਬਾਹਰੀ ਕੋਣ ਦਾ ਗੁਣ ਹੈ ਸਾਡੇ ਕੋਲ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ ਅੰਦਰਲੇ ਸਨਮੁਖ ਕੋਣਾਂ ਦਾ ਜੋੜਫਲ बराबर बाहरी कोण। ठीक है, सो अंदरले सन्मुख कोण साडे कोल x ਤੇ 35 डिग्री ਹਨ। सो ਇੱਥੇ ਅਸੀਂ ਜੋੜਫਲ ਕਰਾਂਗੇ ਦੋਨਾਂ ਦਾ x ਜਮਾ 35 डिग्री बराबर ਬਾਹਰੀ ਕੋਣ 75 डिग्री। ठीक है, तो ਇਹਦੇ ਵਿੱਚੋਂ x ਦਾ ਮੁੱਲ ਪਤਾ ਕਰਨ ਦੇ ਲਈ 35 डिग्री ਦੇ ਵਿੱਚੋਂ 75 डिग्री ਦੇ ਵਿੱਚੋਂ 35 डिग्री ਅਸੀਂ ਘਟਾ ਦੇਾਂਗੇ ਸੱਜੇ ਪਾਸੇ ਲਿਜਾ ਕੇ, तो ਇਹਦੇ ਵਿੱਚ ਸਾਡੇ ਕੋਲ x ਦੀ ਜਿਹੜੀ ਕੀਮਤ ਹੈ ਉਹ 40 डिग्री ਬਣ ਜਾਏਗੀ। ਸੋ ਇਸ ਤਰ੍ਹਾਂ ਇਸ ਸਵਾਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਗਿਆਤ ਅੰਦਰਲੇ ਕੋਣ ਦਾ ਜਿਹੜਾ ਮੁੱਲ ਹੈ ਉਹ ਸਾਡੇ ਕੋਲ 40 डिग्री ਬਣਦਾ ਹੈ। ਇਸ ਤਰ੍ਹਾਂ ਅਗਿਆਤ ਅੰਦਰਲੇ ਕੋਣ ਦਾ ਮੁੱਲ 40 डिग्री है। ठीक है स्टूडेंट्स, तो ये साडे कोल अभ्यास 6.2 ਦੇ ਸਾਰੇ ਸਵਾਲ ਜਿਹੜੇ ਕਿ ਬਾਹਰੀ ਕੋਣ ਦੇ ਗੁਣ ਦੇ ਉੱਤੇ ਆਧਾਰਿਤ ਸੀ ਉਹ ਆਪਾਂ ਅੱਜ ਕੀਤੇ ਨੇ। ਸੋ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਵਿੱਚ ਆਪਾਂ ਅਭਿਆਸ 6.2 ਦੇ ਜਿੰਨੇ ਵੀ ਸਵਾਲ ਜਿਹੜੇ ਡਿਸਕਸ ਕੀਤੇ ਨੇ ਉਹਨਾਂ ਨੂੰ ਬਹੁਤ ਚੰਗੇ ਢੰਗ ਦੇ ਨਾਲ ਤੁਸੀਂ ਸਮਝਿਆ ਹੋਵੇਗਾ ਤੇ ਨੋਟ ਵੀ ਕੀਤਾ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ ਦੀ ਦੁਹਰਾਈ ਵੀ ਕਰੋਗੇ ਤੇ ਇਹਨਾਂ ਨੂੰ ਯਾਦ ਵੀ ਰੱਖੋਗੇ। ਸੋ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ, ਫਿਰ ਆਪਾਂ ਮਿਲਾਂਗੇ ਅਗਲੇ ਲੈਸਨ ਦੇ ਵਿੱਚ ਅਗਲੇ ਕਨਸੈਪਟ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।